ਉਹਦੇ 'ਤੇ ਬੰਬ ਬਲਾਸਟ ਕਰਨਾ, ਬੰਬ ਬਲਾਸਟ ਕਰਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕਰਨੀ। ਜਿਨ੍ਹਾਂ ਨੇ ਉਹ ਕੀਤਾ ਸੀ ਉਹਨਾਂ ਦੇ ਕੇਸ ਬਣਨਾ ਚਾਹੀਦਾ ਸੀ, ਉਹਨਾਂ ਦਾ ਟਰਾਇਲ ਹੋਣਾ ਚਾਹੀਦਾ ਸੀ। ਪਰ ਉਸ ਕੇਸ ਦੀ ਆੜ ਦੇ ਵਿੱਚ ਸੁਮੇਧ ਸਿੰਘ ਸੈਣੀ ਨੇ ਏਡੇ ਵੱਡੇ ਜ਼ੁਲਮ ਕੀਤੇ ਜਿਹੜੇ ਕਿ ਮੁਗਲਾਂ ਦੇ ਵੇਲੇ ਵੀ ਨਹੀਂ ਹੋ ਸਕੇ ਸੀ, ਨਾ ਅੰਗਰੇਜ਼ਾਂ ਵੇਲੇ ਹੋਏ ਸੀ। ਸੁਮੇਧ ਸਿੰਘ ਸੈਣੀ ਨੇ ਜਿਹੜਾ ਵੀ ਇਸ ਮਾਮਲੇ 'ਚ ਵੇਖਿਆ ਵੀ ਦਾ ਆਉਂਦਾ, ਉਹਦੇ 'ਤੇ ਸ਼ੱਕ ਕੀਤਾ ਗਿਆ, ਉਹਨੂੰ ਫੜ ਲਿਆ ਗਿਆ। ਉਹਨੂੰ ਫੜ ਕੇ ਜਿਹੜਾ ਹੈ ਗੈਰ ਕਸਟਡੀ 'ਚ ਰੱਖਿਆ ਗਿਆ। ਉਹਦੇ 'ਤੇ ਤਸ਼ੱਦਦ ਕੀਤਾ ਗਿਆ, ਇੱਥੋਂ ਤੱਕ ਤਸ਼ੱਦਦ ਕੀਤਾ ਗਿਆ ਵੀ ਉਹਨਾਂ ਦੇ ਸਰੀਰ ਦੇ ਜਿਹੜੇ ਅੰਗ ਤੋੜ ਦਿੱਤੇ ਗਏ। ਬਲਵੰਤ ਸਿੰਘ ਮੁਲਤਾਨੀ ਦਾ ਇਹ ਗਵਾਹੀ ਆ ਰਹੀ ਹੈ ਵੀ ਉਹਦੀ ਜਦੋਂ ਉਹਨੂੰ ਟਾਰਚਰ ਕੀਤਾ ਗਿਆ ਉਹਦੀ ਇੱਕ ਅੱਖ ਵੀ ਬਾਹਰ ਆ ਗਈ ਸੀ। ਸੁਮੇਧ ਸਿੰਘ ਸੈਣੀ ਨੇ ਕੋਈ ਕਾਨੂੰਨ ਨਹੀਂ ਦੇਖਿਆ, ਕੋਈ ਇਨਸਾਨੀਅਤ ਨਹੀਂ ਦੇਖੀ, ਕੋਈ ਜਿਹੜਾ ਹੈ ਉਹਦੇ 'ਚ ਜਿਹੜਾ ਹੈ ਜੇ ਆਪਾਂ ਕਹੀਏ ਵੀ ਉਹ ਕੋਈ ਇਨਸਾਨ ਦੇ ਤੌਰ 'ਤੇ ਉਹਨੇ ਸੋਚਿਆ, ਉਹ ਤਾਂ ਬਿਲਕੁਲ ਨਹੀਂ। ਉਹਨੇ ਘਰਾਂ ਦੇ ਘਰ ਇਸ ਮਾਮਲੇ 'ਚ ਤਬਾਹ ਕਰ ਦਿੱਤੇ ਇਸ ਇਕੱਲੇ ਕੇਸ 'ਚ। ਬਾਕੀ ਦਾ ਤਾਂ ਅਜੇ ਜੇ ਗਿਣੀਏ ਤਾਂ ਕੋਈ ਅੰਤ ਹੀ ਨਹੀਂ ਹੈਗਾ। ਇੱਕ ਮਨਜੀਤ ਸਿੰਘ ਫੜਿਆ, ਉੱਥੋਂ ਚੁੱਕ ਕੇ ਲਿਆਂਦਾ, ਉਹਦੇ ਬੇਟੇ ਜਸਪ੍ਰੀਤ ਸਿੰਘ ਜਿਹੜਾ, ਇਹ ਦੋਨੋਂ ਮੋਹਾਲੀ ਤੋਂ ਫੜੇ ਗਏ। ਇਹਨਾਂ ਨੂੰ ਟਾਰਚਰ ਕੀਤਾ। ਜਸਪ੍ਰੀਤ ਸਿੰਘ ਨੂੰ ਇੰਨਾ ਟਾਰਚਰ ਕੀਤਾ ਵੀ ਉਹ ਜਿਹੜਾ ਹੈ ਉਹ 3 ਮਹੀਨੇ ਕਸਟਡੀ 'ਚ ਰੱਖ ਕੇ ਉਹਦਾ ਇਲਾਜ ਕਰਕੇ ਉਹਨੂੰ ਛੱਡਿਆ ਗਿਆ ਔਰ ਉਹਦਾ ਪਿਓ ਮਨਜੀਤ ਸਿੰਘ ਜਿਹੜਾ ਸੀ ਉਹਨੂੰ ਮਾਰ ਦਿੱਤਾ ਗਿਆ। ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ, ਜਦੋਂ ਉਹਨਾਂ ਨੇ ਡੈੱਡ ਬੋਡੀ ਮਾਰ ਦਿੱਤੇ ਬੰਦੇ, ਅਤੇ ਜੇ ਉਹ ਡੈੱਡ ਬੋਡੀ ਦਿੰਦੇ ਅਤੇ ਕਸਟਡੀ ਉਹਨਾਂ 'ਚ ਮਾਰੇ ਜਾਂਦੇ ਅਤੇ ਫਿਰ ਤਾਂ ਜ਼ਿਆਦਾ ਕੇਸ ਪੱਕਾ ਹੋ ਜਾਂਦਾ ਸੀ। ਇਸ ਕਰਕੇ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਖੁਰਦ-ਬੁਰਦ ਕਰ ਦਿੱਤੀਆਂ ਗਈਆਂ, ਪਤਾ ਨਹੀਂ ਕਿੱਥੇ ਜਲਾਈਆਂ ਨੇ, ਕਿਹੜੇ ਦਰਿਆ 'ਚ ਸੁੱਟੀਆਂ ਨੇ, ਕਿਹੜੇ ਨਹਿਰ 'ਚ ਸੁੱਟੀਆਂ ਨੇ। ਜੇ ਉਹਨਾਂ ਨੂੰ ਸਜ਼ਾ ਮਿਲਣੀ ਹੈ ਤਾਂ ਅਦਾਲਤ ਦੇ ਦੇ, ਪਰ ਜੋ ਉਹਨਾਂ ਦਾ ਬੁਰਾ ਹਾਲ ਕੀਤਾ, ਜੋ ਉਹਨਾਂ ਨੂੰ ਕੁੱਟਿਆ, ਜੋ ਉਹਨਾਂ ਦੇ ਨਾਲ ਜਿਹੜਾ ਹੈ ਉਹਨਾਂ ਦੀ ਕਕਾਰਾਂ ਦੀ ਬੇਇੱਜ਼ਤੀ ਕੀਤੀ, ਇੱਕ 100 ਕਿਲੋਮੀਟਰ ਤੋਂ ਔਰਤ ਫੜ ਕੇ ਅਮਰਗੜ੍ਹ ਤੋਂ ਲਿਆਣ ਕੇ ਉਸ ਕੇਸ ਦੇ ਵਿੱਚ ਪਾ ਦਿੱਤੀ, ਇਹ ਕਿਹੜੀ ਇਨਸਾਫੀ ਹੈ? ਪੁਲਿਸ ਦਾ SSP ਇਹ ਕਹਿੰਦਾ ਵੀ ਮੈਂ ਉਹਨਾਂ ਨੂੰ ਹਿਊਮੈਨਿਟੇਰੀਅਨ ਗਰਾਊਂਡ 'ਚ ਛੱਡ ਦਿੱਤਾ ਹੈ। ਇਹ ਹਿਊਮੈਨਿਟੇਰੀਅਨ ਗਰਾਊਂਡ ਕਿਹੜੀ ਹੈ? ਇਹ ਤਾਂ ਤੁਹਾਡੀ ਮਹਾਂ ਮੂਰਖਤਾ ਸੀ, ਇਹ ਤੁਹਾਡੀ ਗੈਰ ਕਾਨੂੰਨੀ ਸੀ ਸਭ ਤੋਂ ਵੱਡੀ, ਵੀ ਤੁਸੀਂ ਪਹਿਲੇ ਗਲਤ ਫੜਿਆ ਅਤੇ ਫਿਰ ਉਹਨਾਂ ਨੂੰ ਛੱਡ ਦਿੱਤਾ। ਅਤੇ ਕੀ ਆਸਾਨ ਕੀਤਾ ਉਹਨਾਂ 'ਤੇ? ਕਿਉਂਕਿ ਜਿੱਥੇ ਸਿੱਖ ਮਸਲਾ ਆ ਜਾਂਦਾ ਅਤੇ ਖਾਸ ਕਰਕੇ ਸਿੱਖ ਪਰਿਵਾਰ 'ਚ ਸਿੱਖ ਸੱਜਣ ਆ ਜਾਂਦੇ ਨੇ, ਦੂਜੇ ਬੰਨੇ ਪੁਲਿਸ ਆ ਜਾਂਦੀ ਹੈ, ਇਨਸਾਫ ਮਿਲਣਾ ਬੜੀ ਦੂਰ ਦੀ ਗੱਲ ਹੈ। ਸੁਮੇਧ ਸਿੰਘ ਸੈਣੀ ਦਾ ਮਾਮਲਾ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਹੈ, ਕਿਉਂਕਿ 1991 ਦੇ ਵਿੱਚ ਬਲਵੰਤ ਸਿੰਘ ਮੁਲਤਾਨੀ ਨਾਂ ਦੇ ਨੌਜਵਾਨ ਨੂੰ ਸੈਣੀ ਨੇ ਖਤਮ ਕਰ ਦਿੱਤਾ ਸੀ। ਉਸ ਮੌਕੇ ਇੱਕ JK ਮਾਨ ਐਡਵੋਕੇਟ ਨੇ ਜੋ ਹੁਣ ਉਹਨਾਂ ਨੂੰ ਤੇ ਉਹਨਾਂ ਦੇ ਪਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜੋ ਸੈਣੀ ਤੇ ਅਟੈਕ ਹੋਇਆ ਸੀ ਬੰਬ ਨਾਲ, ਉਸ ਮਾਮਲੇ ਦੇ ਵਿੱਚ ਹੋਰ ਵੀ ਕਈਆਂ ਨੂੰ ਉਲਝਾ ਲਿਆ ਸੀ DGP ਸੈਣੀ ਨੇ। ਪਰ ਉਹ ਸਾਰੇ ਕਾਸੇ ਦੀ ਪੈਰਵਾਈ ਦੌਰਾਨ JK ਮਾਨ ਤੇ ਉਹਨਾਂ ਦੇ ਪਤੀ ਬਰੀ ਹੋ ਗਏ ਸਨ। ਉਹਨਾਂ ਦੇ ਜੋ ਵਕੀਲ, ਉਹਨਾਂ ਸਾਰੇ ਕਾਸੇ ਦੀ ਜੋ 14-15 ਸਾਲ ਲਗਾਤਾਰ ਪੈਰਵੀ ਕੀਤੀ, ਅਮਰ ਸਿੰਘ ਚਾਹਲ, ਉਹ ਸਾਡੇ ਨਾਲ ਨੇ। ਅਮਰ ਸਿੰਘ ਚਾਹਲ ਤੋਂ ਪੁੱਛਾਂਗੇ ਕਿ ਉਦੋਂ ਕੀ ਮਾਹੌਲ ਸੀ, ਕਿੱਦਾਂ ਸਿੱਖ ਨੌਜਵਾਨਾਂ 'ਤੇ ਨਜਾਇਜ਼ ਕੇਸ ਬਣਾਏ ਜਾਂਦੇ ਸੀ, ਕਿੱਦਾਂ ਟੌਰਚਰ ਕੀਤਾ ਜਾਂਦਾ ਸੀ, ਕਿੱਦਾਂ ਅਣਮਨੁੱਖੀ ਤਸੀਹੇ ਦਿੱਤੇ ਜਾਂਦੇ ਸੀ। ਚਾਹਲ ਸਾਹਿਬ, ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ 'ਚ। ਬਹੁਤ ਬਹੁਤ ਮਿਹਰਬਾਨੀ ਜੀ। ਚਾਹਲ ਸਾਹਿਬ, ਇਹ ਦੱਸੋ ਕਿ ਜਦੋਂ ਸੁਮੇਧ ਸਿੰਘ ਸੈਣੀ 'ਤੇ ਇੱਥੇ ਬੰਬ ਕਾਂਡ ਹੋ ਜਾਂਦਾ, ਉਹਨੂੰ ਪਹਿਲਾਂ ਥ੍ਰਿਟ ਸੀ ਕਿ ਤੁਹਾਨੂੰ ਖਤਮ ਕਰ ਦੇਵਾਂਗੇ, ਫਿਰ ਕੁਝ ਉਹਦੇ ਉੱਤੇ ਬੰਬ ਕਾਂਡ ਹੋ ਜਾਂਦਾ, ਫਿਰ ਸੈਣੀ ਨੂੰ ਗੁੱਸਾ ਚੜ੍ਹ ਗਿਆ, ਉਹਨੇ ਬਹੁਤ ਸਾਰੇ ਨੌਜਵਾਨਾਂ ਨੂੰ ਨਜਾਇਜ਼ ਹਿਰਾਸਤ 'ਚ ਰੱਖਿਆ, ਟੌਰਚਰ ਕੀਤਾ, ਖਤਮ ਕੀਤਾ। ਉਸ ਤੋਂ ਬਾਅਦ ਤੁਸੀਂ JK ਮਾਨ ਦੇ ਵਕੀਲ ਬਣੇ। ਸਾਰੇ ਕਾਸੇ ਦੌਰਾਨ ਜਦੋਂ ਕੇਸ ਲੜਿਆ, ਬਹੁਤ ਸਾਰੀਆਂ ਗੱਲਾਂ ਦਾ ਤੁਹਾਨੂੰ ਪਤਾ ਹੋਏਗਾ, ਉਹ ਕਿਹੋ ਜਿਹਾ ਮਾਹੌਲ ਸੀ ਤੇ ਕਿੰਨੇ ਕੁ ਨੌਜਵਾਨ ਨਜਾਇਜ਼ ਗ੍ਰਿਫਤਾਰ ਕੀਤੇ ਸਨ? ਦੇਖੋ, ਜਿਹੜਾ ਸੁਮੇਧ ਸਿੰਘ ਸੈਣੀ ਉਸ ਵੇਲੇ UT ਦਾ ਚੰਡੀਗੜ੍ਹ ਦਾ SSP ਸੀ, ਉਹ ਬੰਬ ਬਲਾਸਟ ਜਿਹੜਾ ਹੋਇਆ ਹੈ ਇੱਕ ਨਾਰਮਲ ਕ੍ਰਾਈਮ ਹੋਇਆ ਸੀ। ਉਹਦੇ 'ਤੇ ਬੰਬ ਬਲਾਸਟ ਕਰਨਾ, ਬੰਬ ਬਲਾਸਟ ਕਰਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕਰਨੀ, ਜਿਨ੍ਹਾਂ ਨੇ ਉਹ ਕੀਤਾ ਸੀ ਉਹਨਾਂ ਦੇ ਕੇਸ ਬਣਨਾ ਚਾਹੀਦਾ ਸੀ, ਉਹਨਾਂ ਦਾ ਟਰਾਇਲ ਹੋਣਾ ਚਾਹੀਦਾ ਸੀ। ਪਰ ਉਸ ਕੇਸ ਦੀ ਆੜ ਦੇ ਵਿੱਚ ਸੁਮੇਧ ਸਿੰਘ ਸੈਣੀ ਨੇ ਏਡੇ ਵੱਡੇ ਜ਼ੁਲਮ ਕੀਤੇ ਜਿਹੜੇ ਕਿ ਮੁਗਲਾਂ ਦੇ ਵੇਲੇ ਵੀ ਨਹੀਂ ਹੋ ਸਕੇ ਸੀ, ਨਾ ਅੰਗਰੇਜ਼ਾਂ ਵੇਲੇ ਹੋਏ ਸੀ। ਅੰਗਰੇਜ਼ਾਂ ਵੇਲੇ ਵੀ ਬੰਬ ਬਲਾਸਟ ਹੋਏ ਸੀ, ਅੰਗਰੇਜ਼ਾਂ ਵੇਲੇ ਵੀ ਇਸ ਤਰ੍ਹਾਂ ਜਿਹੜਾ ਪੁਲਿਸ ਆਫੀਸਰ ਮਾਰੇ ਵੀ ਗਏ ਸੀ, ਲੇਕਿਨ ਉਹਨਾਂ ਨੇ ਉਹਨਾਂ 'ਤੇ ਕੇਸ ਚਲਾਇਆ ਸੀ ਜਿਹੜੇ ਮੁਲਜ਼ਮ ਸਾਂ ਜਾਂ ਜਿਹੜੇ ਇਨਵੋਲਵ ਸਾਂ।
ਸੁਮੇਧ ਸਿੰਘ ਸੈਣੀ ਨੇ ਜਿਹੜਾ ਵੀ ਇਸ ਮਾਮਲੇ 'ਚ ਵੇਖਿਆ ਵੀ ਦਾ ਆਉਂਦਾ, ਉਹਦੇ ਤੇ ਸ਼ੱਕ ਕੀਤਾ ਗਿਆ, ਉਹਨੂੰ ਫੜ ਲਿਆ ਗਿਆ। ਉਹਨੂੰ ਫੜ ਕੇ ਜਿਹੜਾ ਹੈ ਗੈਰ ਕਸਟਡੀ 'ਚ ਰੱਖਿਆ ਗਿਆ, ਉਹਦੇ ਤੇ ਤਸ਼ੱਦਦ ਕੀਤਾ ਗਿਆ। ਇੱਥੋਂ ਤੱਕ ਤਸ਼ੱਦਦ ਕੀਤਾ ਗਿਆ ਵੀ ਉਹਨਾਂ ਦੇ ਸਰੀਰ ਦੇ ਜਿਹੜੇ ਅੰਗ ਤੋੜ ਦਿੱਤੇ ਗਏ, ਹੱਡੀਆਂ ਭੰਨ ਦਿੱਤੀਆਂ ਗਈਆਂ ਜਿਹਨੂੰ ਕਹਿੰਦੇ ਆ। ਉਹਨਾਂ ਨੂੰ ਇਸ ਤਰ੍ਹਾਂ ਦੀ ਟੌਰਚਰ ਕੀਤੀ ਵੀ ਉਹਨਾਂ ਦੀ ਜਿਹੜੀ ਟੱਟੀ ਵਾਲੀ ਜਗ੍ਹਾ ਹੈ ਉਹਦੇ ਵਿੱਚ ਡੰਡਾ ਦੇ ਕੇ, ਮਿਰਚਾਂ ਲਾ ਕੇ, ਤੇਲ ਲਾ ਕੇ ਤੇ ਡੰਡੇ ਦਿੱਤੇ ਗਏ ਨੇ। ਇੱਥੋਂ ਤੱਕ ਜਿਹੜੀ ਸੀ ਘਟੀਆਪਨ ਆ ਗਿਆ ਵੀ ਟੌਰਚਰ ਦੇ ਨਾਲ ਜਿੱਥੇ ਵੀ ਕਿਸੇ ਦੇ ਵੇਖਿਆ ਉੱਥੇ ਹੀ ਉਹਨਾਂ ਨੇ ਹਿੱਟ ਕੀਤਾ ਹੈ। ਜਿਸ ਤਰ੍ਹਾਂ ਬਲਵੰਤ ਸਿੰਘ ਮੁਲਤਾਨੀ ਦਾ ਇਹ ਗਵਾਹੀ ਆ ਰਹੀ ਹੈ ਵੀ ਉਹਦੀ ਜਦੋਂ ਉਹਨੂੰ ਟੌਰਚਰ ਕੀਤਾ ਗਿਆ ਉਹਦੀ ਇੱਕ ਅੱਖ ਵੀ ਬਾਹਰ ਆ ਗਈ ਸੀ, ਮਾਰਿਆ। ਸੋ ਇਸ ਕਰਕੇ ਟੌਰਚਰ ਕਰਨਾ ਜਿਹੜਾ ਸੀ ਇਹ ਲਾਫੁਲੀ ਤੇ ਹੈ ਨਹੀਂ ਗਾ। ਕਿਸੇ ਨੂੰ ਸ਼ੱਕ ਦੀ ਬਿਨਾਂ ਤੇ ਤੁਸੀਂ ਅਰੈਸਟ ਕਰ ਲਓ, ਉਹਦੇ ਕੋਲ ਇਨਵੈਸਟੀਗੇਸ਼ਨ ਕਰਨ ਲਈ ਉਹਨੂੰ ਇੰਟੈਰੋਗੇਟ ਕਰਨ ਦਾ ਇਹ ਤਾਂ ਨਹੀਂ ਮਤਲਬ ਵੀ ਉਹਨੂੰ ਇੰਨਾ ਤਸ਼ੱਦਦ ਕਰੋ। ਇਹ ਲਾਫੁਲੀ ਜਿਹੜਾ ਗਲਤ ਹੈ। ਲੇਕਿਨ ਸੁਮੇਧ ਸਿੰਘ ਸੈਣੀ ਨੇ ਕੋਈ ਕਾਨੂੰਨ ਨਹੀਂ ਦੇਖਿਆ, ਕੋਈ ਇਨਸਾਨੀਅਤ ਨਹੀਂ ਦੇਖੀ, ਕੋਈ ਜਿਹੜਾ ਹੈ ਉਹਦੇ 'ਚ ਜਿਹੜਾ ਹੈ ਜੇ ਆਪਾਂ ਕਹੀਏ ਵੀ ਉਹ ਕੋਈ ਇਨਸਾਨ ਦੇ ਤੌਰ ਤੇ ਉਹਨੇ ਸੋਚਿਆ, ਉਹ ਤਾਂ ਬਿਲਕੁਲ ਨਹੀਂ। ਉਹਨੇ ਘਰਾਂ ਦੇ ਘਰ ਇਸ ਮਾਮਲੇ 'ਚ ਤਬਾਹ ਕਰ ਦਿੱਤੇ ਇਸ ਇਕੱਲੇ ਕੇਸ 'ਚ। ਬਾਕੀ ਤਾਂ ਅਜੇ ਜੇ ਗਿਣੀਏ ਤਾਂ ਕੋਈ ਅੰਤ ਹੀ ਨਹੀਂ ਹੈਗਾ। ਜਿਹੜਾ ਜੀਕੇ ਮਾਨ ਦੇ ਪਤੀ ਦਾ ਤੁਸੀਂ ਲੰਮਾ ਸਮਾਂ ਪੈਰਵੀ ਕੀਤੀ ਕੇਸ ਦੀ, ਉਹ ਅਖੀਰ ਦੇ ਵਿੱਚ ਬਰੀ ਹੋ ਗਏ। ਉਹਨਾਂ ਨੂੰ ਕਿੰਨਾ ਕੁ ਟੌਰਚਰ ਕੀਤਾ ਸੀ? ਕਹਿੰਦੇ ਉਹਨਾਂ ਦਾ ਮਾਨਸਿਕ ਤਵਾਜ਼ਨ ਵੀ ਖਰਾਬ ਕਰਤਾ ਸੀ। ਟੌਰਚਰ ਤਾਂ ਵੀਰ ਜੀ ਸਾਰਿਆਂ ਨੂੰ ਕੀਤਾ। ਟੌਰਚਰ ਤਾਂ ਜਿਹੜਾ ਹੈ ਬਲਵੰਤ ਸਿੰਘ ਮੁਲਤਾਨੀ ਨੂੰ ਇਸ ਤਰ੍ਹਾਂ ਕੀਤਾ, ਇਹ ਪ੍ਰਤਾਪ ਸਿੰਘ ਜਿਹੜਾ ਜੀਕੇ ਮਾਨ ਦਾ ਪਤੀ ਸੀ ਉਹਨੂੰ ਕੀਤਾ, ਬਲਵੰਤ ਸਿੰਘ ਭੁੱਲਰ ਜਿਹੜਾ ਸੀ, ਦਵਿੰਦਰਪਾਲ ਸਿੰਘ ਭੁੱਲਰ ਉਹਦਾ ਜਿਹੜਾ ਸੀ ਕੋਈ ਰਿਸ਼ਤੇਦਾਰ ਸੀ ਜਾਂ ਮਾਸੜ ਸੀ ਉਹਨੂੰ ਕੀਤਾ। ਇੱਕ ਮਨਜੀਤ ਸਿੰਘ ਫੜਿਆ, ਉੱਥੋਂ ਚੁੱਕ ਕੇ ਲਿਆਂਦਾ, ਉਹਦੇ ਬੇਟੇ ਜਸਪ੍ਰੀਤ ਸਿੰਘ ਜਿਹੜਾ, ਇਹ ਦੋਨੋਂ ਮੋਹਾਲੀ ਤੋਂ ਫੜੇ ਗਏ, ਇਹਨਾਂ ਨੂੰ ਟੌਰਚਰ ਕੀਤਾ। ਜਸਪ੍ਰੀਤ ਸਿੰਘ ਨੂੰ ਇੰਨਾ ਟੌਰਚਰ ਕੀਤਾ ਵੀ ਉਹ ਜਿਹੜਾ ਹੈ ਉਹ 3 ਮਹੀਨੇ ਕਸਟਡੀ 'ਚ ਰੱਖ ਕੇ ਉਹਦਾ ਇਲਾਜ ਕਰਕੇ ਉਹਨੂੰ ਛੱਡਿਆ ਗਿਆ ਔਰ ਉਹਦਾ ਪਿਓ ਮਨਜੀਤ ਸਿੰਘ ਜਿਹੜਾ ਸੀ ਉਹਨੂੰ ਮਾਰ ਦਿੱਤਾ ਗਿਆ। ਜੱਜ ਸਾਹਿਬ, ਇੱਕ ਹੋਰ ਅਣਮਨੁੱਖੀ ਵਰਤਾਰਾ ਇਹ ਹੈ ਕਿ ਜਿਸ ਤਰ੍ਹਾਂ ਬਲਵੰਤ ਸਿੰਘ ਮੁਲਤਾਨੀ ਦਾ ਪਤਾ ਲੱਗ ਗਿਆ ਕਿ ਕਿਤੇ ਨਾ ਕਿਤੇ ਹਿਰਾਸਤ 'ਚੋਂ ਦੜਾਤਾ, ਪਰ ਥਾਣੇ 'ਚ ਹੀ ਉਹਨਾਂ ਦੀ ਮੌਤ ਹੋ ਗਈ ਸੀ। ਪਰ ਜੋ ਪ੍ਰੋਫੈਸਰ ਭੁੱਲਰ ਨੇ, ਦਵਿੰਦਰਪਾਲ ਭੁੱਲਰ, ਉਹਨਾਂ ਦੇ ਪਿਤਾ ਦਾ ਤੇ ਉਹਨਾਂ ਦੇ ਮਸਲੇ ਦਾ ਪਤਾ ਹੀ ਨਹੀਂ ਕਿ ਕਿੱਥੇ ਖਪਾਤਾ। ਇਹ ਹੋਰ ਵੀ ਜ਼ਿਆਦਾ ਇੱਕ ਵੱਡਾ ਕ੍ਰਾਈਮ ਹੈ ਕਿ ਤੁਸੀਂ ਡੈੱਡ ਬੋਡੀਜ਼ ਬਣਾਉਂਦੇ ਹੋ। ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ। ਜਦੋਂ ਉਹਨਾਂ ਨੇ ਡੈੱਡ ਬੋਡੀ ਮਾਰ ਦਿੱਤੇ ਬੰਦੇ, ਤੇ ਜੇ ਉਹ ਡੈੱਡ ਬੋਡੀ ਦਿੰਦੇ ਤੇ ਕਸਟਡੀ ਉਹਨਾਂ 'ਚ ਮਾਰੇ ਜਾਂਦੇ ਤੇ ਫਿਰ ਤਾਂ ਜ਼ਿਆਦਾ ਕੇਸ ਪੱਕਾ ਹੋ ਜਾਂਦਾ ਸੀ। ਇਸ ਕਰਕੇ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਖੁਰਦ-ਬੁਰਦ ਕਰ ਦਿੱਤੀਆਂ ਗਈਆਂ, ਪਤਾ ਨਹੀਂ ਕਿੱਥੇ ਜਲਾਈਆਂ ਨੇ, ਕਿਹੜੇ ਦਰਿਆ 'ਚ ਸੁੱਟੀਆਂ ਨੇ, ਕਿਹੜੇ ਨਹਿਰ 'ਚ ਸੁੱਟੀਆਂ ਨੇ। ਉਹ ਦੇਣ ਦਾ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ਜਦੋਂ ਉਹਨਾਂ ਨੇ ਏਡੀ ਵੱਡੀ ਤਸ਼ੱਦਦ ਕਰਕੇ ਉਹਨਾਂ ਨੂੰ ਮਾਰਿਆ ਹੈ। ਮਾਰਨ ਤੋਂ ਜਿਹੜਾ ਹੈ, ਮਾਰਨ ਦੀ ਕੋਈ ਲੋੜ ਨਹੀਂ ਸੀ ਪੈਂਦੀ, ਕਿਉਂਕਿ ਜਿਹੜਾ ਮੁਲਜ਼ਮ ਹੈ ਉਹਨੂੰ ਏਡੀ ਵੱਡੀ ਟੌਰਚਰ ਕਰਦੇ ਨੇ, ਚਾਹੇ ਇਸ ਤਰ੍ਹਾਂ ਦਾ ਉਹਦੇ ਤੇ ਜਿਹੜਾ ਉਹਨੂੰ ਵਰਤਾਓ ਕਰਦੇ ਨੇ ਵੀ ਉਹ ਵਧੋ ਵਧੀ ਬੋਲ ਪੈਂਦਾ, ਉਹ ਦੱਸ ਦਿੰਦਾ ਵੀ ਮੈਂ ਕ੍ਰਾਈਮ 'ਚ ਕੀ ਕੀਤਾ। ਜੇ ਨਹੀਂ ਸੀ ਉਹਨਾਂ ਨੇ ਕੀਤਾ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਸੀ, ਜੇ ਉਹਨਾਂ ਨੇ ਕੀਤਾ ਸੀ ਉਹਨਾਂ 'ਤੇ ਕੇਸ ਚਲਾ ਦੇਣਾ ਚਾਹੀਦਾ। ਮਾਰਨ ਦਾ ਤਾਂ ਮਤਲਬ ਹੀ ਕੋਈ ਨਹੀਂ ਹੈਗਾ। ਮਾਰਨ ਦਾ ਮਤਲਬ ਜਿਹੜਾ ਹੈ ਇਹਦਾ ਮਤਲਬ ਗੈਰ ਕਾਨੂੰਨੀ ਹੈ। ਸਾਡੇ ਇਸ ਮੁਲਕ ਦੇ ਵਿੱਚ ਕੋਈ ਕਾਨੂੰਨ ਹੈ, ਕਾਨੂੰਨ ਇਹ ਕਹਿੰਦੇ ਨੇ ਵੀ ਕਿਸੇ ਨੂੰ ਤੁਸੀਂ ਬਗੈਰ ਮੁਕੱਦਮਾ ਕੀਤਿਆਂ ਅਦਾਲਤ ਦੇ ਵਿੱਚ ਉਹਦੀ ਜਿਹੜੀ ਹੈਗੀ ਸੁਣਵਾਈ ਕਰਵਾ ਕੇ ਫਿਰ ਉਹਨੂੰ ਕੈਦ ਕਰਕੇ ਤੇ ਉਹਨੂੰ ਜੋ ਸਜ਼ਾ ਮਿਲਣੀ ਹੈ ਕਰਵਾ ਦਿਓ। ਲੇਕਿਨ ਇਸ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਹੈਗਾ ਵੀ ਉਹਨੂੰ ਤੁਸੀਂ ਮਾਰ ਹੀ ਦਿਓ, ਇੰਟੈਰੋਗੇਸ਼ਨ ਜਾਂ ਇਸ ਤਰ੍ਹਾਂ ਦਾ ਤਸ਼ੱਦਦ ਕਰੋ ਵੀ ਉਹਦੀ ਜਾਨ ਹੀ ਨਿਕਲ ਜਾਏ। ਇਹ ਤਾਂ ਗੱਲ ਨਹੀਂ ਬਣਦੀ। ਜੱਜ ਸਾਹਿਬ, 91 ਦੇ ਵਿੱਚ ਪੰਜਾਬ ਦੇ ਵਿੱਚ ਖਾੜਕੂ ਲਹਿਰ ਪੂਰੇ ਜ਼ੋਰਾਂ ਤੇ ਸੀ, ਪੀਕ ਤੇ ਜਿਹਨੂੰ ਆਪਾਂ ਕਹਿੰਦੇ ਹਾਂ। ਪੁਲਿਸ ਦਾ ਜ਼ੁਲਮ ਵੀ ਸਿਰੇ ਸੀਗਾ, ਮੁੰਡਿਆਂ ਨੂੰ ਲੱਭ ਕੇ ਖਤਮ ਕਰ ਦਿੱਤਾ ਜਾਂਦਾ ਸੀ। ਕਿ ਸੈਣੀ ਨੂੰ ਮੂਹਰੇ ਲਾ ਕੇ ਹੋ ਸਕਦਾ ਸਟੇਟ ਜਾਂ ਕੇਂਦਰ ਸਰਕਾਰ ਕੋਈ ਇਹ ਮੈਸੇਜ ਦੇਣਾ ਚਾਹੁੰਦੀ ਹੋਵੇ ਕਿ ਤੁਸੀਂ ਚੁੱਪ ਹੋ ਜਾਓ, ਕੋਈ ਬਹੁਤੀਆਂ ਮੰਗਾਂ ਨਾ ਕਰੋ, ਕੋਈ ਖੁਦਮੁਖਤਿਆਰੀ ਦੀ ਗੱਲ ਨਾ ਕਰੋ, ਕੋਈ ਪੰਜਾਬ ਦੇ ਪਾਣੀ ਦੀ ਗੱਲ ਨਾ ਕਰੋ, ਨਹੀਂ ਤਾਂ ਫਿਰ ਤੁਹਾਡਾ ਇਹ ਹਸ਼ਰ ਹੋਵੇਗਾ। ਹੋ ਸਕਦਾ ਸੈਣੀ ਰਾਹੀਂ ਕੋਈ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੋਵੇ ਤੇ ਇੰਨਾ ਬੇਹੱਦ ਜੋ ਜ਼ੁਲਮ ਤਸੱਦਦ ਕਰਕੇ। ਨਹੀਂ, ਇਹ ਗੱਲ ਸਾਨੂੰ ਮੰਨਣੀ ਨਹੀਂ ਚਾਹੀਦੀ, ਕਿਉਂਕਿ ਇਕੱਲਾ ਸੈਣੀ ਤਾਂ ਨਹੀਂ ਸੀ। ਪੰਜਾਬ ਦੇ ਵਿੱਚ ਬਾਕੀ ਵੀ SSP ਸਨ, ਬਾਕੀ ਵੀ ਪੁਲਿਸ ਆਫੀਸਰ ਸਨ, ਕੁਝ ਐਸੇ ਵੀ ਸਨ ਜਿਨ੍ਹਾਂ ਨੇ ਇਮਾਨਦਾਰੀ ਦੇ ਨਾਲ ਕੰਮ ਕੀਤਾ ਹੈ, ਜਿਨ੍ਹਾਂ ਨੇ ਇਹ ਗੱਲ ਕੀਤੀ ਵੀ ਜਿਹੜਾ ਮੁਲਜ਼ਮ ਹੈ, ਜਿਹਨੇ ਕੋਈ ਕ੍ਰਾਈਮ ਕੀਤਾ ਹੈ, ਉਹਦੇ ਖਿਲਾਫ ਕੇਸ ਚਲਾਇਆ ਹੈ, ਉਹਨੂੰ ਕੈਦ ਕਰਾਇਆ ਹੈ। ਲੇਕਿਨ ਇਹ ਸੈਣੀ ਹੋਇਆ, ਚਾਹੇ ਆਲਮ ਹੋਇਆ, ਚਾਹੇ ਹੋਰ ਇਸ ਤਰ੍ਹਾਂ ਦੇ 2-4 ਨਾਂ ਲੈਣ ਦੇ, ਇਹਨਾਂ ਨੇ ਤੇ ਇਸ ਕਰਕੇ ਇਸ ਜਿਹੜਾ ਹੈ
ਭਾਜਗੜ ਚ ਆ ਗਏ ਵੀ ਅਸੀਂ ਸਭ ਤੋਂ ਇਹ ਦੱਸੀਏ ਵੀ ਅਸੀਂ ਬੜੇ ਦੇਸ਼ ਭਗਤ ਹਾਂ, ਅਸੀਂ ਲਾਅ ਐਂਡ ਆਰਡਰ ਲਈ ਕੰਟੇਨ ਕਰਨ ਲਈ ਪੰਜਾਬ 'ਚ ਬਹੁਤ ਵੱਡਾ ਜਿਹੜਾ ਮਾਰਕਾ ਮਾਰਿਆ ਹੈ, ਬੜੀ ਸੇਵਾ ਕੀਤੀ ਹੈ, ਜਿਹੜਾ ਕਿ ਕਾਨੂੰਨੀ ਤੌਰ 'ਤੇ ਗੱਲ ਨਹੀਂ ਸੀ। ਨਹੀਂ, ਸਭ ਤੋਂ ਵੱਡੀ ਬਦਕਿਸਮਤੀ ਆ ਵੀ ਉਸ ਵੇਲੇ ਰਾਜਨੀਤਿਕ ਆਗੂ ਜਿਹੜੇ ਸਾਡੇ ਸੀ ਪੰਜਾਬ ਦੇ ਵਿੱਚ, ਉਹ ਬਿਲਕੁਲ ਜ਼ੀਰੋ ਸੀ। ਇਸ ਵੇਲੇ ਵੀ ਲਗਭਗ ਇਹੋ ਹੀ ਆ। ਪੁਲਿਸ ਦੇ ਵਿੱਚ ਇੱਕ KPS ਗਿੱਲ ਨਾਂ ਦਾ ਜਿਹੜਾ ਡਾਇਰੈਕਟਰ ਜਨਰਲ ਸੀ, ਉਹਦੀ ਏਡੀ ਵੱਡੀ ਚੱਲਦੀ ਸੀ ਵੀ ਉਹ ਕਿਸੇ ਨੂੰ ਪੋਲੀਟੀਸ਼ੀਅਨ ਨੂੰ ਜਾਣਦਾ ਹੀ ਕੁਛ ਨਹੀਂ ਸੀ। ਉਹਨੇ ਇਹ ਖੁੱਲ੍ਹ ਦੇਤੀ। ਪਹਿਲੇ ਰਵੀਰੋ ਨੇ ਜਿਹੜਾ ਸੀ ਬੁਲੇਟ ਫਾਰ ਬੁਲੇਟ ਵਾਲੀ ਜਿਹੜੀ ਨਾਅਰਾ ਦਿੱਤਾ, ਉਸ ਤੋਂ ਬਾਅਦ ਗਿੱਲ ਨੇ ਜਿਹੜਾ ਉਹਨੂੰ ਅੱਗੇ ਲਾਇਆ ਵੀ ਜਿਹੜਾ ਆਉਂਦਾ ਮਾਰ ਦਿਓ। ਉਸ ਮਾਮਲੇ 'ਚ ਇਹਨਾਂ ਨੇ ਜਿਹੜਾ ਹੈ, ਇਹਨਾਂ ਨੂੰ ਪਤਾ ਲੱਗ ਗਿਆ ਵੀ ਜਦੋਂ ਰਾਜਨੀਤਿਕ ਤੌਰ 'ਤੇ ਸਾਡੇ 'ਤੇ ਕੋਈ ਕਾਰਵਾਈ ਨਹੀਂ ਹੋਣੀ ਤੇ ਸਾਡੇ ਅਫਸਰ ਜਿਹੜੇ ਆਲਾ ਨੇ ਉਹ ਸਾਨੂੰ ਇਹ ਕਹਿੰਦੇ ਮਾਰ ਦਿਓ, ਤੇ ਸਾਡਾ ਕੀ ਹੈ? ਸਾਨੂੰ ਪ੍ਰਮੋਸ਼ਨ ਵੀ ਮਿਲਦੀ ਆ, ਸਾਨੂੰ ਇਹਦੇ 'ਤੇ ਇਨਾਮ ਵੀ ਮਿਲਦੇ ਨੇ। ਮੇਰੇ ਖਿਆਲ ਕਰੋੜਾਂ ਰੁਪਏ ਦੇ ਇਨਾਮ ਲੈ ਲਏ ਹੋਣਗੇ ਇਹਨਾਂ ਨੇ, ਇਸੇ ਕਰਕੇ ਲੈ ਲਏ ਵੀ ਬੰਦੇ ਮਾਰ ਦਿੱਤੇ ਆ। ਅੱਜ ਇਸ ਤਰ੍ਹਾਂ ਸੁਰਜੀਤ ਸਿੰਘ ਜਿਹੜਾ ਹੈ ਗਰੇਵਾਲ ਹੁਣ ਫੜਿਆ ਗਿਆ, SSP ਬਣਿਆ ਸੀ ਮੋਗੇ ਦਾ, ਉਹਨੇ ਵੀ ਕਈ ਮੁੰਡੇ ਮਾਰੇ ਸੀ। ਇੱਕ ਕੇਸ ਵੀ ਸਾਡੇ ਕੋਲ ਇੱਥੇ ਚੱਲਿਆ ਉਹਦਾ, ਕੁਲਵਿੰਦਰ ਸਿੰਘ ਕਿੱਡ ਨੂੰ ਉਹਨੇ ਚੁੱਕ ਕੇ ਮਾਰ ਦਿੱਤਾ। ਉਦੋਂ ਇਹ ਗੱਲ ਜਿਹੜੀ ਹੈ ਸਾਡੇ ਕਾਗਜ਼ਾਂ 'ਚ ਅਸੀਂ ਸਾਬਤ ਕੀਤੀ ਕਿ ਉਹਨਾਂ ਨੇ ਲੱਖਾਂ ਰੁਪਏ ਦਾ ਜਿਹੜਾ ਇਨਾਮ ਲਿਆ, ਕੋਈ ਕਾਂਸਟੇਬਲ ਤੋਂ ਲੈ ਕੇ ਉਹ ਇੰਸਪੈਕਟਰ ਤੱਕ ਜਿਹੜਾ ਹੈ ਉਹਨਾਂ ਨੇ ਵੰਡਿਆ ਆਪਸ ਵਿੱਚ ਦੀ। ਸੋ ਇਸ ਤਰ੍ਹਾਂ ਦੀ ਤਾਂ ਗੱਲ ਸੀ ਵੀ ਪੈਸੇ ਜਿਹੜੇ ਸੀ ਇਨਾਮ ਦੇ ਸ਼ਕਲ ਦੇ ਵਿੱਚ ਕਰੋੜਾਂ ਰੁਪਏ ਇਹਨਾਂ ਨੇ ਜਿਹੜਾ ਹੈ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾਇਆ। ਸੋ ਇਸ ਕਰਕੇ ਰਾਜਨੀਤਿਕ ਤੌਰ 'ਤੇ ਐਡਾ ਕਦਮ ਨਹੀਂ ਪੁੱਟਿਆ ਜਾ ਸਕਦਾ ਵੀ ਤੁਸੀਂ ਜਿਹਨੂੰ ਮਾਰ ਦਿਓ, ਜਿਹਨੂੰ ਮਰਜ਼ੀ ਮਾਰ ਦਿਓ। ਇਹ ਰਾਜਨੀਤਿਕ ਜਿਹੜੀ ਸੀ ਉੱਥੇ ਗਿਰਾਵਟ ਆ ਗਈ, ਰਾਜਨੀਤਿਕ ਲੀਡਰ ਜਿਹੜੇ ਸੀ ਉਹ ਜ਼ੀਰੋ ਹੋ ਗਏ। ਪੁਲਿਸ ਵਾਲਿਆਂ ਦਾ ਜਿਹੜਾ ਹੈ ਉਹ ਪਲੜਾ ਭਾਰਾ ਹੋ ਗਿਆ, ਜਿਹੜਾ ਕਿ ਅਜੇ ਵੀ ਹੈ। ਪੁਲਿਸ ਦਾ ਜਿਹੜਾ ਹੈ ਪੋਲੀਟੀਸ਼ੀਅਨ ਨੂੰ ਉਹ ਕੁਛ ਨਹੀਂ ਸਮਝਦੀ। ਪੋਲੀਟੀਸ਼ੀਅਨ ਦਾ ਲਗਭਗ ਉਹਨਾਂ 'ਤੇ ਕੰਟਰੋਲ ਵੀ ਕੋਈ ਨਹੀਂ। ਤਦੇ ਹੀ ਹੈ ਪੁਲਿਸ ਵਾਲੇ ਚਿੱਟਾ ਵੀ ਵੇਚੀ ਜਾਂਦੇ ਨੇ, ਪੁਲਿਸ ਵਾਲੇ ਬਾਕੀ ਜਿਹੜੀਆਂ ਲੋਕਾਂ ਦੇ ਹੱਕ ਨੇ ਉਹਨਾਂ ਨੂੰ ਵੀ ਮਾਰੀ ਜਾਂਦੇ ਨੇ, ਪੁਲਿਸ ਵਾਲੇ ਜਿਹੜੇ ਜਿੱਥੇ ਮਰਜ਼ੀ ਜਾ ਕੇ ਕੁੱਟਣ ਲੱਗ ਪੈਂਦੇ ਨੇ। ਪਿੱਛੇ ਇੱਕ ਕਬੱਡੀ ਖਿਡਾਰੀ ਨੂੰ ਮਾਰਤਾ, ਇੱਕ ਟੌਪ ਦਾ ਸੀਗਾ, ਇਦਾਂ ਕੋਈ ਪਰਵਾਹ ਨਹੀਂ ਮੰਨਦੇ ਹੋ? ਹਾਂਜੀ, ਸਾਰੀਆਂ ਇਹੋ ਗੱਲਾਂ ਜਿਹੜੀਆਂ ਨੇ। ਇਹ ਜਿਹੜਾ ਹੁਣ ਆਪਾਂ ਪਟਿਆਲੇ ਵਾਲਾ ਮਾਮਲਾ ਹੈ, ਪਟਿਆਲੇ 'ਚ ਇੱਕ ASI ਦਾ ਗੁੱਟ ਵੱਢਿਆ ਗਿਆ, ਇਹਦੀ ਬੈਕਗਰਾਊਂਡ 'ਚ ਕੋਈ ਜਾਣ ਨੂੰ ਤਿਆਰ ਨਹੀਂ ਵੀ ਉੱਥੇ ਉਹ ਗੱਡੀ ਲੈ ਕੇ ਆਏ ਨੇ, ਇੱਕਦਮ ਉਹਨਾਂ ਨੇ ਬੈਰੀਕੇਡ ਅੱਗੇ ਕਰ ਦਿੱਤਾ, ਗੱਡੀ ਉਹਦੇ ਵਿੱਚ ਵੱਜ ਗਈ ਹੈ। ਜਦੋਂ ਗੱਡੀ ਵਿੱਚ ਵੱਜ ਗਈ, ਗੱਡੀ ਖੜੋ ਗਈ ਹੈ। ਪੁਲਿਸ ਵਾਲਿਆਂ ਨੇ ਧੜਾ ਧੜ ਉਹਦੇ 'ਤੇ ਡਾਂਗਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਹੁੱਜਾਂ ਮਾਰ ਕੇ ਸ਼ੀਸ਼ੇ ਵੀ ਤੋੜ ਦਿੱਤੇ, ਉਹਨਾਂ ਨੂੰ ਗਾਲਾਂ ਵੀ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਅਕਸਰ ਉਹ ਬਾਣੇ ਦੇ ਵਿੱਚ ਸੀ, ਉਹਨਾਂ ਦੀ ਵੀ ਆਫਟਰ ਆਲ ਕੋਈ ਨਾ ਕੋਈ ਜ਼ਮੀਰ ਹੈ, ਉਹਨਾਂ ਦੀ ਵੀ ਕੋਈ ਇੱਜ਼ਤ ਹੈ। ਉਹਨਾਂ ਨੇ ਜਿਹੜਾ ਹੈ ਉਹਨਾਂ 'ਤੇ ਹਮਲਾ ਕਰ ਦਿੱਤਾ, ਗੁੱਟ ਵੱਢਿਆ ਗਿਆ। ਗੁੱਟ ਵੱਢਣ ਦੇ ਨਾਲ ਕ੍ਰਾਈਮ ਹੋ ਗਿਆ, ਇਹਦੇ 'ਚ ਕੋਈ ਸ਼ੱਕ ਨਹੀਂ। ਉਹਨਾਂ 'ਤੇ ਜੋ ਕੇਸ ਬਣਦਾ ਬਣਾ ਦਿਓ, ਜੇ ਉਹਨਾਂ ਨੂੰ ਸਜ਼ਾ ਮਿਲਣੀ ਹੈ ਤੇ ਅਦਾਲਤ ਦੇ ਦੇ। ਪਰ ਜੋ ਉਹਨਾਂ ਦਾ ਬੁਰਾ ਹਾਲ ਕੀਤਾ, ਜੋ ਉਹਨਾਂ ਨੂੰ ਕੁੱਟਿਆ, ਜੋ ਉਹਨਾਂ ਦੇ ਨਾਲ ਜਿਹੜਾ ਹੈ ਉਹਨਾਂ ਦੀ ਕਕਾਰਾਂ ਦੀ ਬੇਇੱਜ਼ਤੀ ਕੀਤੀ, ਇੱਕ 100 ਕਿਲੋਮੀਟਰ ਤੋਂ ਔਰਤ ਫੜ ਕੇ ਅਮਰਗੜ੍ਹ ਤੋਂ ਲਿਆਣ ਕੇ ਉਸ ਕੇਸ ਦੇ ਵਿੱਚ ਪਾ ਦਿੱਤੀ, ਇਹ ਕਿਹੜੀ ਇਨਸਾਫੀ ਹੈ? ਗੱਡੀ 'ਚ 4 ਬੰਦੇ ਸਨ, 11 ਬੰਦੇ ਫੜ ਲਏ ਗਏ, ਇਹ ਕਿਹੜਾ ਕਾਨੂੰਨ ਦਿੰਦਾ ਹੈ? ਔਰ ਉੱਥੇ IG ਸੁਪਰਵਿਜ਼ਨ ਕਰ ਰਿਹਾ ਹੈ। ਉਹਦੇ ਮਨ 'ਚ ਕੋਈ ਸ਼ਰਮ ਨਹੀਂ, ਉਹਦੇ ਮਨ 'ਚ ਕੋਈ ਕਾਨੂੰਨ ਨਹੀਂ, ਉਹਦੇ ਮਨ 'ਚ ਕੋਈ ਇਨਸਾਨੀਅਤ ਨਹੀਂ ਵੀ 4 ਬੰਦੇ ਤੇ ਗੱਡੀ ਦੇ ਵਿੱਚ ਸੀ, ਚਾਹੋਂ ਤਾਂ ਇੱਕ ਨੇ ਹੱਥ ਵੱਢਿਆ ਹੈ, ਬਾਕੀ ਦਿਆਂ ਦਾ ਕੋਈ ਕਸੂਰ ਹੈਗਾ ਕਿ ਨਹੀਂ ਹੈਗਾ? ਐਨ ਬਲੌਕ ਹੀ ਜਿਹੜਾ ਹੈ, ਔਰ ਲੋਕੀ ਜਿਹੜਾ ਧੜਾ ਧੜ ਉਹਨਾਂ ਦੀ ਸਿਫਤ ਕਰ ਰਹੇ ਨੇ। ਬਾਅਦ 'ਚ ਫਿਰ ਜੱਜ ਵਾਲਾ ਰੋਲ ਵੀ ਪਟਿਆਲਾ ਪੁਲਿਸ ਨੇ ਕਰ ਲਿਆ ਕਿ ਇਹ ਨਜਾਇਜ਼, ਇਹਨਾਂ ਦਾ ਕੋਈ ਕ੍ਰਾਈਮ ਨਹੀਂ ਸੀ, ਕੁਝ ਬੰਦੇ ਕੇਸ 'ਚੋਂ ਕੱਢ ਵੀ ਦਿੱਤੇ। ਮਤਲਬ ਇਦਾਂ ਕੋਈ ਜੁਡੀਸ਼ੀਅਲ ਕਰ ਸਕਦੀ ਹੈ ਪੁਲਿਸ? ਨਹੀਂ, ਇਹ ਪੁਲਿਸ ਦੇ ਹੱਕ 'ਚ ਜਦੋਂ ਕੇਸ ਨਹੀਂ ਬਣਦਾ, ਪੁਲਿਸ ਕਿਸੇ ਵੇਲੇ ਵੀ ਇਹ ਇਤਲਾਹ ਦੇ ਸਕਦੀ ਅਦਾਲਤ ਨੂੰ ਵੀ ਇਹਨਾਂ 'ਚ ਕੇਸ ਨਹੀਂ ਬਣਦਾ। ਪਰ ਪਾਇਆ ਗਲਤ ਸੀ, ਇਹਦਾ ਮਤਲਬ ਪੁਲਿਸ ਨੇ ਗਲਤ ਪਾਇਆ ਸੀ। ਪੁਲਿਸ ਦਾ SSP ਇਹ ਕਹਿੰਦਾ ਵੀ ਮੈਂ ਉਹਨਾਂ ਨੂੰ ਹਿਊਮੈਨਿਟੇਰੀਅਨ ਗਰਾਊਂਡ 'ਚ ਛੱਡ ਦਿੱਤਾ ਹੈ। ਇਹ ਹਿਊਮੈਨਿਟੇਰੀਅਨ ਗਰਾਊਂਡ ਕਿਹੜੀ ਹੈ? ਇਹ ਤਾਂ ਤੁਹਾਡੀ ਮਹਾ ਮੂਰਖਤਾ ਸੀ, ਇਹ ਤੁਹਾਡੀ ਗੈਰ ਕਾਨੂੰਨੀ ਸੀ ਸਭ ਤੋਂ ਵੱਡੀ, ਵੀ ਤੁਸੀਂ ਪਹਿਲੇ ਗਲਤ ਫੜਿਆ ਤੇ ਫਿਰ ਉਹਨਾਂ ਨੂੰ ਛੱਡ ਦਿੱਤਾ। ਤੇ ਕੀ ਆਸਾਨ ਕੀਤਾ ਉਹਨਾਂ 'ਤੇ? ਉਹਨਾਂ ਨੂੰ ਅਫਜ਼ਾਨਾ ਨੂੰ ਕਿਉਂ ਨਹੀਂ ਦਿੰਦੇ? ਇਹਨਾਂ ਨੂੰ ਪ੍ਰੋਸੀਕਿਊਟ ਕਰਨ, ਜਿਨ੍ਹਾਂ ਨੇ ਰੌਂਗਫੁਲ ਅਰੈਸਟ ਕੀਤੀ ਉਹਨਾਂ ਦੀ। ਚੱਲ ਸਾਹਿਬ, ਹੁਣ ਆਪਾਂ ਜੀ ਸੈਣੀ ਵਾਲੇ ਮਾਮਲੇ ਤੇ ਮੇਰੀ ਵੀ ਕੁਝ ਅੱਜ ਸਾਬਕਾ ਵੱਡੇ ਪੁਲਿਸ ਅਫਸਰਾਂ ਨਾਲ ਵੀ ਗੱਲ ਹੋਈ। ਉਹ ਕਹਿੰਦੇ ਇਨਸਾਫ ਹੋ ਸਕਦਾ ਨਾ ਮਿਲੇ ਪੀੜਤ ਧਿਰ ਨੂੰ, ਕਿਉਂਕਿ ਇੱਕ ਤਾਂ ਲੰਮਾ ਟਾਈਮ ਹੋ ਗਿਆ, ਇੱਕ ਕਿਤੇ ਨਾ ਕਿਤੇ ਪੁਲਿਸ ਵੀ ਕੰਪਰੋਮਾਈਜ਼ ਕਰ ਜਾਂਦੀ ਹੈ ਇਹੋ ਜਿਹੇ ਮਾਮਲੇ ਦੇ ਵਿੱਚ। ਤੁਹਾਨੂੰ ਲੱਗਦਾ ਕਿ ਇਨਸਾਫ ਮਿਲ ਜਾਏਗਾ? ਦੇਖੋ, ਇਹ ਗੱਲ ਜਿਹੜੀ ਤੁਹਾਡੀ ਹੈ ਇਹ ਦਰੁਸਤ ਹੈ। ਇਸ ਵੇਲੇ ਪਿਛਲਾ ਮੈਂ ਲਗਭਗ 40 ਸਾਲ ਤੋਂ ਇਹ ਕੇਸ ਲੜ ਰਿਹਾ।
ਮੈਂ ਇਹ ਗੱਲ ਪਹਿਲੇ ਵੀ ਕਹੀ ਆ, ਹੁਣ ਵੀ ਕਹਿਣਾ, ਆਉਣ ਵਾਲੇ ਸਮੇਂ 'ਚ ਵੀ ਕਹੀ ਜਾਏਗੀ। ਤੇ ਮੇਰੇ ਨਾਲ ਦੇ ਹੋਰ ਵੀ ਕੋਈ ਲਾਈਕ ਮਾਈਂਡਡ ਆਦਮੀ ਕਹਿੰਦੇ ਇਨਸਾਫ ਜਿਹੜਾ ਹੈ ਬੜੀ ਦੂਰ ਹੈ। ਕਿਉਂਕਿ ਜਿੱਥੇ ਸਿੱਖ ਮਸਲਾ ਆ ਜਾਂਦਾ ਤੇ ਖਾਸ ਕਰਕੇ ਸਿੱਖ ਪਰਿਵਾਰ 'ਚ ਸਿੱਖ ਸੱਜਣ ਆ ਜਾਂਦੇ ਨੇ, ਦੂਜੇ ਬੰਨੇ ਪੁਲਿਸ ਆ ਜਾਂਦੀ ਹੈ, ਇਨਸਾਫ ਮਿਲਣਾ ਬੜੀ ਦੂਰ ਦੀ ਗੱਲ ਹੈ। ਇਹ ਬੜਾ ਵੱਡਾ ਸਾਡਾ ਤਜਰਬਾ ਹੈ। ਉਹਦਾ ਆਪਾਂ ਨਿੱਕਾ ਜਿਹਾ ਐਗਜ਼ਾਮਪਲ ਲੈ ਲਈਏ ਵੀ ਸੁਮੇਧ ਸੈਣੀ ਨੇ ਆਪਣੇ ਰਿਸ਼ਤੇਦਾਰ ਲੁਧਿਆਣੇ 'ਚ ਇੱਕ ਮਾਰ ਦਿੱਤਾ, ਉਹਦੇ ਨਾਲ ਡਰਾਈਵਰ ਵੀ ਮਾਰ ਦਿੱਤਾ, ਉਹਦੇ ਨਾਲ ਇੱਕ ਹੋਰ ਉਹਨਾਂ ਦਾ ਮੁਲਾਜ਼ਮ ਵੀ ਮਾਰ ਦਿੱਤਾ। ਉਹ ਕੇਸ ਅਜੇ ਤੱਕ ਚੱਲਦਾ ਹੈ, ਉਹਦੀ ਕਿਸ ਤਰ੍ਹਾਂ ਜਿਹੜੀ ਸੁਣਵਾਈ ਨਹੀਂ ਹੋ ਰਹੀ। 30 ਸਾਲ ਦੇ ਲਗਭਗ ਉਸ ਕੇਸ ਨੂੰ ਵੀ ਹੋ ਗਏ ਨੇ। ਉਹਨਾਂ ਦੀ ਮਾਤਾ 90 92 93 ਸਾਲ ਦੀ ਹੋ ਕੇ ਮਰੀ ਹੈ। ਉਹਨੇ ਸੁਪਰੀਮ ਕੋਰਟ ਅੱਗੇ ਕਹਿੰਦਾ ਧਰਨਾ ਵੀ ਦੇ ਦਿੱਤਾ ਸੀ ਵੀ ਮੇਰੇ ਮਰਨ ਦੇ ਤੱਕ ਤੇ ਇਨਸਾਫ ਮਿਲ ਜੇ, ਨਹੀਂ ਮਿਲਿਆ। ਉਹਦਾ ਕਾਰਨ ਹੈ ਵੀ ਅਦਾਲਤਾਂ ਦੇ ਵਿੱਚ ਬਹੁਤ ਹੀ ਚੋਰ ਮੋਰੀਆਂ ਨੇ। ਅਦਾਲਤਾਂ ਇੰਨੀਆਂ ਚੰਗੀਆਂ ਨਹੀਂ ਜਿੰਨੀਆਂ ਲੱਗਦੀਆਂ ਨੇ। ਅਦਾਲਤਾਂ ਦੇ ਵਿੱਚ ਇਹ ਜਿਹੜਾ ਹੈ ਨੁਕਸ, ਇਹ ਬੜਾ ਨੁਕਸਾਨਮੰਦ ਹੈ। ਲੋਕਾਂ ਦਾ ਇਤਕਾਦ ਹੀ ਉੱਡ ਜਾਣਾ ਅਦਾਲਤਾਂ ਤੋਂ। ਸੁਮੇਧ ਸਿੰਘ ਸੈਣੀ ਨੂੰ ਜ਼ਮਾਨਤ ਮਿਲਣਾ ਅਦਾਲਤਾਂ ਦਾ ਲਗਭਗ ਇੱਕ ਦਫਾ ਜਿਹੜਾ ਨਾ ਕੀ ਕਹੀਏ ਇਹਨੂੰ, ਬਹੁਤ ਹੀ ਬਦਨਾਮੀ ਵਾਲੀ ਗੱਲ ਹੈ। ਇਸ ਤਰ੍ਹਾਂ ਦੇ ਕੇਸ 'ਚ ਸ਼ਾਇਦ ਹੀ ਕਦੀ ਜ਼ਮਾਨਤ ਹੋਈ ਹੋਵੇ, ਤੇ ਖਾਸ ਕਰਕੇ ਇੱਕ ਸੈਸ਼ਨ ਜੱਜ ਦੇ ਲੈਵਲ ਦਾ ਕਰ ਸਕਦਾ। ਕਦੀ ਹਿੰਮਤ ਹੀ ਨਹੀਂ ਪਈ 326 ਦੇ ਕੇਸ ਜ਼ਮਾਨਤ ਦੇਣ ਨੂੰ ਤਿਆਰ ਨਹੀਂ ਸੈਸ਼ਨ ਜੱਜ। ਤੇ ਇਹ ਸਾਲਾ ਕਤਲ ਦਾ ਕੇਸ ਹੋਵੇ, ਕਤਲ ਦੇ ਕੇਸ ਦੇ ਵਿੱਚ ਬੰਦਾ ਮਾਰੇ ਗਏ, ਇੱਕ ਬੰਦਾ ਨਹੀਂ 3-4 ਬੰਦੇ ਮਾਰੇ ਗਏ, ਹੁਣ ਐਵੀਡੈਂਸ ਆ ਰਿਹਾ, ਤੇ ਉਸ ਆਦਮੀ ਨੂੰ ਤੁਸੀਂ ਜ਼ਮਾਨਤ ਦੇ ਰਹੇ ਆ। ਇਹਦੀ ਕਿਤੇ ਪ੍ਰੋਬ ਹੋਣ ਦਾ ਕੋਈ ਸਿਸਟਮ ਹੋਏ ਤੇ ਮੇਰੇ ਖਿਆਲ ਇਹ ਤੇ ਇੱਕ ਰਕਮ ਦਾ ਇੱਕ ਜਿਹੜਾ ਇਸ ਤਰ੍ਹਾਂ ਦਾ ਖੁਲਾਸਾ ਹੋ ਗਿਆ ਜਿਹੜਾ ਸਾਰੇ ਸਿਸਟਮ ਨੂੰ ਜਿਹੜਾ ਹੈ ਨੰਗਾ ਕਰਕੇ ਰੱਖ ਲਿਆ। ਇਹ ਸਿਸਟਮ ਬਹੁਤ ਘਟੀਆ। ਚਲ ਸਾਹਿਬ, ਪਰ ਇਸ ਕੇਸ ਦੇ ਵਿੱਚ ਕਈ ਗਵਾਹ ਹੋਰ ਵੀ ਆ ਗਏ, ਉਹ ਕਈਆਂ ਨੇ ਬਿਆਨ ਦਰਜ ਕਰਾਏ ਨੇ। ਉਹ ਕਿਹੜੇ ਕਿਹੜੇ ਗਵਾਹ ਨੇ ਕਰਾਏ ਨੇ ਹੁਣ ਜਿਹੜੇ ਇਹਨਾਂ ਦਿਨਾਂ 'ਚ ਕਰਾਏ ਨੇ? ਵੀ ਜੀ ਇਹਦੇ 'ਚ ਮਨਜੀਤ ਸਿੰਘ ਜਿਹੜਾ ਮੋਹਾਲੀ ਤੋਂ ਫੜਿਆ ਸੀ, ਤੇ ਉਹਦਾ ਬੇਟਾ ਫੜਿਆ ਸੀ ਜਸਪ੍ਰੀਤ ਸਿੰਘ, ਜਿਨ੍ਹਾਂ ਦਾ ਮੈਂ ਤੁਹਾਨੂੰ ਪਹਿਲੇ ਨਾਮ ਦੱਸਿਆ ਹੈ। ਉਹਨਾਂ ਦੀ ਜਿਹੜੀ ਹੈ, ਉਹਨਾਂ ਦਾ ਪਰਿਵਾਰ ਦੇ ਵਿੱਚੋਂ ਜਸਪ੍ਰੀਤ ਸਿੰਘ ਦੀ ਭੈਣ ਸਰਬਜੀਤ ਕੌਰ ਹੈ, ਉਹ ਬਿਆਨ ਦੇ ਕੇ ਆਈ ਹੈ, ਉਹਨੇ ਦਿੱਤਾ ਹੈ। ਹਾਂਜੀ। ਤੇ ਇਸ ਤੋਂ ਇਲਾਵਾ ਇੱਕ ਮੁਖਤਿਆਰ ਸਿੰਘ ਨੇ, ਭਗਤਾ ਭਾਈ ਕਾ, ਜਿਹੜੇ ਕਿ ਭੁੱਲਰ ਪਰਿਵਾਰ 'ਚੋਂ ਹੈਗੇ ਨੇ, ਉਹਨਾਂ ਨੂੰ ਕਿਉਂਕਿ ਜਦੋਂ ਬੰਦੇ ਫੜੇ ਨੇ ਇੱਥੋਂ ਫੜ ਕੇ ਫਿਰ ਇਹਨਾਂ ਨੇ ਉੱਥੇ ਖੜੇ ਨੇ, ਉੱਥੋਂ ਦਵਿੰਦਰ ਸਿੰਘ ਭੁੱਲਰ ਨੂੰ ਲੱਭਣ ਲਈ, ਤੇ ਉਹ ਨਾ ਮਿਲ ਕੇ ਫਿਰ ਉਹਨਾਂ ਨੂੰ ਉੱਥੋਂ ਚੁੱਕ ਲਿਆ ਨੇ 2 ਬੰਦੇ, ਇੱਕ ਬਲਵੰਤ ਸਿੰਘ ਭੁੱਲਰ ਤੇ ਇੱਕ ਉਪਕਾਰ ਸਿੰਘ ਨਾਂ ਦਾ ਹੈ, ਉਹਨਾਂ ਨੂੰ 2 ਫੜ ਕੇ ਲਿਆਂਦੇ ਨੇ। ਜਿਹੜਾ ਬਲਵੰਤ ਸਿੰਘ ਭੁੱਲਰ ਉਹਨੂੰ ਤਾਂ ਮਾਰ ਦਿੱਤਾ, ਉਪਕਾਰ ਸਿੰਘ ਨੂੰ ਜਿਹੜਾ ਸੀ ਉਹ ਛੱਡ ਦਿੱਤਾ ਸੀ। ਇਸ ਕਰਕੇ ਉਹਨਾਂ ਨੂੰ, ਜਿਸ ਤਰ੍ਹਾਂ ਗਵਾਹ 3 ਹੋ ਗਏ ਜਿਨ੍ਹਾਂ ਨੇ ਰਿਟਨ 'ਚ ਬਿਆਨ ਦਰਜ ਕਰਾਤੇ, ਮੈਡਮ ਜੀ ਕੇ ਮਾਨ ਨੇ ਤਾਂ ਕੋਰਟ ਦੇ ਵਿੱਚ ਵੀ ਸ਼ਾਇਦ ਬਿਆਨ ਦੇ ਦਿੱਤੇ ਨੇ। ਇਹ ਕੇਸ ਤਾਂ ਸਟਰੋਂਗ ਲੱਗਦਾ ਕਿਉਂਕਿ ਗਵਾਹਾਂ ਦੇ ਆਧਾਰ 'ਤੇ ਕੇਸ ਕਾਫੀ ਵਧੀਆ ਚੱਲਦਾ ਹੁੰਦਾ। ਦੇਖੋ ਵੀਰ ਜੀ, ਕੇਸ ਇਸ ਕਰਕੇ ਬੜਾ ਸਟਰੋਂਗ ਹੈ ਜੇ ਕਿਸੇ ਅਦਾਲਤੀ ਸਿਸਟਮ ਦੇ ਵਿੱਚ ਇਹ ਗਿਣਿਆ ਜਾਵੇ ਵੀ ਕਸਟਡੀ ਤਾਂ ਬੰਦਿਆਂ ਦੀ ਉਹਨਾਂ ਕੋਲ ਹੈਗੀ ਹੈ। ਇਹ ਗੱਲ ਸਾਬਤ ਹੋ ਜਾਣੀ ਆ ਵੀ ਉਹਨਾਂ ਨੇ ਬੰਦੇ ਅਰੈਸਟ ਕੀਤੇ ਨੇ, ਅਰੈਸਟ ਕਰਕੇ ਆਪਣੇ ਕੋਲ ਖੜੇ ਨੇ, ਉਹਨਾਂ ਤੇ ਕੇਸ ਪਾਏ ਨੇ, ਤੇ ਫਿਰ ਕਸਟਡੀ ਉਹਨਾਂ ਨੇ ਸਾਬਤ ਕਰਨੀ ਵੀ ਉਹ ਦੌੜੇ ਨੇ। ਕਸਟਡੀ ਸਾਬਤ ਉਹ ਕਰਨਗੇ ਵੀ ਉਹ ਬੰਦੇ ਦੌੜ ਕੇ ਕਿਸ ਤਰ੍ਹਾਂ ਦੌੜ ਗਏ ਨੇ, ਵੀ ਇੱਥੋਂ ਉਹਨਾਂ ਨੂੰ ਪਹਿਲੇ ਬਟਾਲੇ ਖੜਨਾ, ਬਟਾਲਿਓਂ ਜਾ ਕੇ ਸ਼ੋਅ ਕਰਨਾ ਵੀ ਉਹ ਦੌੜ ਗਏ। ਸਵਾਲ ਹੀ ਨਹੀਂ ਪੈਦਾ ਹੁੰਦਾ, ਬੰਦਾ ਤੇ ਇੱਥੇ ਹੀ ਮਰਿਆ ਸੀ, ਲਗਭਗ ਇੰਨਾ ਟੌਰਚਰ ਕੀਤਾ ਸੀ। ਇਸ ਕਰਕੇ ਜੇ ਤੇ ਅਦਾਲਤਾਂ ਦੇ ਵਿੱਚ ਕੋਈ ਇਨਸਾਫ ਦੀ ਕਿਰਨ ਜਾਗੀ, ਇਹ ਗੱਲ ਇੱਥੋਂ ਹੀ ਸਾਬਤ ਹੋ ਜਾਂਦੀ ਵੀ ਬੰਦੇ ਇਹਨਾਂ ਨੇ ਫੜੇ ਨੇ, ਫੜ ਕੇ ਇਹਨਾਂ ਦੀ ਕਸਟਡੀ ਸੀ, ਇਹ ਸਾਬਤ ਕਰਨ ਵੀ ਕਿੱਥੇ ਆ। ਹੁਣ ਭੁੱਲਰ, ਦਵਿੰਦਰਪਾਲ ਭੁੱਲਰ ਦੇ ਪਿਓ ਦਾ ਤੇ ਉਹਦੇ ਮਾਸੜ ਦਾ ਜਿਹੜਾ ਬਿਆਨ ਹੋ ਗਿਆ ਕਿ ਉਹ ਮਿਸਿੰਗ ਕਰਤੇ, ਉਹ ਵੀ ਹੋ ਸਕਦਾ ਇੱਕ ਪਰਚਾ ਹੋਰ ਦਰਜ ਹੋ ਜਾਏ ਸੈਣੀ ਖਿਲਾਫ? ਹਾਂਜੀ, ਹੋ ਸਕਦਾ, ਕਿਉਂਕਿ ਜਿੰਨੇ ਬੰਦੇ ਮਰੇ ਨੇ ਉਹਨੇ ਕੇਸ ਹੋ ਸਕਦੇ ਨੇ। ਤੇ ਸੈਣੀ ਦੇ ਇੱਕ ਇਹ ਤਾਂ ਕੇਸ ਸਾਹਮਣੇ ਆ ਗਏ, ਸੈਣੀ ਮੋਟਰ ਵਾਲਾ ਲੁਧਿਆਣੇ ਵਾਲਾ ਆ ਗਿਆ, ਇਹ ਆ ਗਿਆ ਮੁਲਤਾਨੀ ਵਾਲਾ, ਕੋਈ ਇੱਕ ਹੋਰ ਖਾੜਕੂ ਜਟਾਣਾ ਸੀ, ਉਹਦੇ ਪਰਿਵਾਰ ਨੂੰ ਮਰਾਉਣ ਦਾ ਸੀ, ਉਹ ਕੀ ਸਿਲਸਿਲਾ ਸੀਗਾ? ਕਿੱਦਾਂ ਉਹ ਪਰਿਵਾਰ ਖਤਮ ਕਰਾਇਆ ਸੀ? ਦੇਖੋ, ਸੁਮੇਧ ਸਿੰਘ ਸੈਣੀ ਨੂੰ ਇਹ ਵੀ ਸ਼ੱਕ ਸੀ ਵੀ ਇਹ ਜਟਾਣਾ ਜਿਹੜਾ ਬਲਵਿੰਦਰ ਸਿੰਘ ਨਾਂ ਸੀ ਸ਼ਾਇਦ ਉਹਦਾ, ਇਹਨੇ ਮੇਰੇ ਤੇ ਅਟੈਕ ਕਰਾਇਆ। ਇਹ ਵੀ ਗੱਲ ਕੀਤੀ ਜਾਂਦੀ ਸੀ ਵੀ ਉਹਨੇ ਪਹਿਲੇ ਇਹਨੂੰ ਧਮਕੀ ਦੇ ਦਿੱਤੀ ਸੀ ਵੀ ਇਹਨਾਂ ਦਿਨਾਂ 'ਚ ਤੇਰਾ ਜਿਹੜਾ ਤੈਨੂੰ ਖਤਮ ਕਰ ਦੇਣਾ ਹੈ। ਇਸ ਸ਼ੱਕ ਸ਼ੁਬਾ ਦੇ ਵਿੱਚ ਬਲਵਿੰਦਰ ਸਿੰਘ ਜਟਾਣਾ ਜਿਹੜਾ ਹੈ ਉਹਦੇ ਘਰ 'ਚ ਜਾ ਕੇ ਅਜੀਤ ਸਿੰਘ ਪੂਲੇ ਨੂੰ ਭੇਜਿਆ ਗਿਆ, ਇੱਕ ਪੂਰੀ ਗਾਰਦ ਦੇ ਕੇ,
ਤੇ ਉੱਥੋਂ ਜਾ ਕੇ ਉਹਨਾਂ ਦੇ ਘਰ 'ਚ ਰਾਤ ਸਵੇਰੇ 4 ਵਜੇ ਗਏ ਨੇ। ਉੱਥੇ ਉਹਨਾਂ ਦੇ ਬੰਦੇ 4 ਮਾਰੇ ਨੇ, ਇੱਕ ਛੋਟੀ ਜਿਹੀ ਬੇਟੀ ਵੀ ਨਾਲ ਸੀ। ਉਹਨਾਂ ਨੂੰ ਮਾਰ ਕੇ ਤੇ ਉਹਨਾਂ ਦਾ ਘਰ ਜਲਾ ਕੇ ਵੀ ਆ ਗਏ ਸੀ, ਨਾਲੇ ਲਾਸ਼ਾਂ ਵੀ ਜਲਾ ਦਿੱਤੀਆਂ ਸੀ। ਸੋ ਉਹ ਵੀ ਜਿਹੜਾ ਹੈ ਉਹ ਸੁਮੇਧ ਸਿੰਘ ਸੈਣੀ ਦਾ ਕਾਰਾ ਸੀ, ਜਿਹਦਾ ਕਿ ਹੁਣ ਖੁਲਾਸਾ ਨਹੀਂ ਹੋ ਸਕਦਾ, ਕਿਉਂਕਿ ਅਜੀਤ ਸਿੰਘ ਪੂਲਾ ਤਾਂ ਮਰ ਗਿਆ। ਉਹ ਸਭ ਤੋਂ ਚੰਗਾ ਬੰਦਾ ਸੀ ਦੱਸਣ ਦਾ ਵੀ ਕਿਸ ਤਰ੍ਹਾਂ ਮਾਰਿਆ, ਕਿਉਂ ਮਾਰਿਆ, ਕਿਹਦੇ ਕਹਿਣ 'ਤੇ ਮਾਰਿਆ। ਅਜੀਤ ਸਿੰਘ ਪੂਲੇ ਨੂੰ ਖੁਦ ਮਾਰਨ ਦੀ ਤਾਂ ਉਹਦੀ ਕੋਈ ਲੋੜ ਨਹੀਂ ਸੀ, ਕੋਈ ਨਾ ਜ਼ਮੀਨ ਦਾ ਝਗੜਾ ਸੀ, ਨਾ ਜਾਤੀ ਉਹਨਾਂ ਦਾ ਜਮਾਤੀ ਕੋਈ ਝਗੜਾ ਸੀ। ਅਜੀਤ ਸਿੰਘ ਪੂਲਾ ਸਿਰਫ ਇਹਨਾਂ ਦਾ ਹੱਥ ਠੋਕਾ ਸੀ। ਜਿਸ ਤਰ੍ਹਾਂ ਇਹ ਵੀ ਗੱਲ ਆ ਗਈ ਹੈ ਵੀ ਅਜੀਤ ਸਿੰਘ ਪੂਲਾ ਨੇ ਇੱਕ ਵਾਰ ਹਾਈ ਕੋਰਟ 'ਚ ਜਾ ਕੇ ਇੱਕ ਜੱਜ ਦੀ ਅਦਾਲਤ 'ਚ ਜਾ ਕੇ ਭਰੀ ਅਦਾਲਤ 'ਚ ਉਸ ਜੱਜ ਨੂੰ ਇਹ ਧਮਕੀ ਦਿੱਤੀ ਸੀ ਵੀ ਜੇ ਤੂੰ ਸੁਮੇਧ ਸਿੰਘ ਸੈਣੀ ਦੇ ਖਿਲਾਫ ਕੋਈ ਆਰਡਰ ਕੀਤਾ ਤਾਂ ਅਸੀਂ ਦੇਖ ਲਾਂਗੇ। ਉਹ ਔਨ ਰਿਕਾਰਡ ਆਇਆ ਹੈ। ਸੋ ਜੇ ਅਜੀਤ ਸਿੰਘ ਪੂਲਾ ਅਦਾਲਤ 'ਚ ਹਾਈ ਕੋਰਟ 'ਚ ਜਾ ਕੇ ਏਡੀ ਵੱਡੀ ਹੌਸਲੇ ਵਾਲੀ ਗੱਲ ਕਰ ਸਕਦਾ, ਜਿਹੜੀ ਕਿ ਬੜੀ ਘਟੀਆ ਸੀ ਜਾਂ ਬੜੀ ਗੈਰ ਕਾਨੂੰਨੀ ਸੀ, ਤੇ ਉਹਦੇ ਲਈ ਇੱਕ ਨਿਹੱਥੇ ਪਰਿਵਾਰ ਨੂੰ ਜਟਾਣੇ ਪਿੰਡ ਜਾ ਕੇ ਤੇ ਉੱਥੇ ਮਾਰ ਕੇ ਤੇ ਉਹਨੂੰ ਜਲਾਉਣਾ ਕੋਈ ਛੋਟੀ ਅਜੀਤ ਸਿੰਘ ਪੂਲੇ ਤੇ ਉਦੋਂ ਕੋਈ FIR ਨਹੀਂ ਦਰਜ ਹੋਈ, ਕੋਈ ਸ਼ਿਕਾਇਤ ਨਹੀਂ ਹੋਈ ਜਦੋਂ ਹਾਈ ਕੋਰਟ 'ਚ ਸ਼ਰਮ ਧਮਕੀ ਦਿੱਤੀ ਸੀ? ਨਹੀਂ ਜੀ, ਉਦੋਂ ਕੋਈ ਨਹੀਂ ਗੱਲ ਹੋਈ, ਕਿਉਂਕਿ ਸਗੋਂ ਉਸ ਜੱਜ ਨੇ ਉਸ ਕੇਸ ਦੇ ਜੱਜਮੈਂਟ 'ਚ ਵੀ ਲਿਖ ਦਿੱਤਾ। ਫਿਰ ਚੀਫ ਜਸਟਿਸ ਜਿਹੜਾ ਸੀ ਉੱਥੋਂ ਦਾ, ਇਹਨੇ ਉੱਥੇ ਆਪਣੀ ਸੁਪਰੀਮ ਕੋਰਟ ਨੂੰ ਵੀ ਕਿਹਾ, ਲੇਕਿਨ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਅਦਾਲਤ ਨੂੰ ਵੈਸੇ ਤਾਂ ਉਦੋਂ ਹੀ ਜਦੋਂ ਉਹਨੇ ਧਮਕੀ ਦਿੱਤੀ ਸੀ ਉਸ ਅਦਾਲਤ 'ਚ ਵੀ ਅਰੈਸਟ ਕੀਤਾ ਜਾ ਸਕਦਾ ਸੀ, ਕਰਵਾਇਆ ਜਾ ਸਕਦਾ ਸੀ। ਅਦਾਲਤ ਦੇ ਵਿੱਚ ਇਹ ਭਰੀ ਗੱਲ ਹੋਈ ਹੋਵੇ ਤੇ ਜੇ ਫੈਸਲੇ 'ਚ ਲਿਖਣ ਦੀ ਜਗ੍ਹਾ ਉੱਥੋਂ ਅਰੈਸਟ ਹੀ ਕਰਾ ਦਿੰਦੇ ਤੇ ਕਿੱਡੀ ਵੱਡੀ ਗੱਲ ਹੁੰਦੀ। ਉਹਦਾ ਉੱਥੇ ਜਾਣਾ ਕੋਈ ਬਣਦਾ ਨਹੀਂ ਸੀ, ਨਾ ਉਹਦਾ ਕੇਸ ਸੀ, ਨਾ ਉਹ ਕੇਸ ਦੇ ਵਿੱਚ ਕਿਸ ਤਰ੍ਹਾਂ ਇਹਦੀ ਸ਼ਮੂਲੀਅਤ ਸੀ। ਉਹਦਾ ਉੱਥੇ ਜਾਣਾ ਹੀ ਜਿਹੜਾ ਸੀ ਉਹ ਸਾਬਤ ਕਰਦਾ ਸੀ ਵੀ ਉਹ ਗਲਤ ਕੰਮ ਲਈ ਗਿਆ ਤੇ ਕੰਮ ਬਣ ਜਾਂਦਾ। ਲੇਕਿਨ ਉਹਨੂੰ ਉਸ ਵੇਲੇ ਹਾਲਾਤ ਹੀ ਐਸੇ ਸਨ, ਚਾਹੇ ਸਿਸਟਮ ਹੀ ਸਾਡਾ ਇਸ ਤਰ੍ਹਾਂ ਦਾ ਹੈ ਵੀ ਕੋਈ ਅੱਗੇ ਆਉਣ ਨੂੰ ਤਿਆਰ ਹੀ ਨਹੀਂ। ਗੈਰ ਕਾਨੂੰਨੀ ਗੱਲਾਂ, ਚਾਹੇ ਕਿਸੇ ਨਾਲ ਜਿਹੜੀਆਂ ਬੇਇਨਸਾਫੀ ਹੋਈਆਂ, ਉਹਨਾਂ ਨੂੰ ਕੋਈ ਉਹਨਾਂ ਦੇ ਖਿਲਾਫ ਕਰਤੱਵ ਕਰਨ ਲਈ ਤਿਆਰ ਹੀ ਕੋਈ ਨਹੀਂ ਜੀ। ਠੀਕ ਆ। ਸੋ ਤੁਸੀਂ ਸੁਣੀ ਸੀਨੀਅਰ ਵਕੀਲ ਅਮਰ ਸਿੰਘ ਚਹਿਲ ਕੋਲੋਂ ਪੂਰੀ ਉਹ ਗੱਲਬਾਤ ਜਿਸ ਤਹਿਤ ਸੁਮੇਧ ਸਿੰਘ ਸੈਣੀ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਤਸੱਦਦ ਕੀਤਾ, ਨਜਾਇਜ਼ ਹਿਰਾਸਤ ਵਿੱਚ ਰੱਖਿਆ। ਇਸ ਕੇਸ 'ਚ ਨਵੀਂ ਗੱਲ ਇਹ ਆ ਗਈ ਕਿ ਜਿਹੜੇ ਉਸ ਸਮੇਂ ਤੇ ਨਜਾਇਜ਼ ਹਿਰਾਸਤ ਵਿੱਚ ਰੱਖੇ ਸਨ ਉਹਨਾਂ ਦੇ ਪਰਿਵਾਰ ਵਾਲੇ ਵੀ ਸ਼ਾਮਲ ਹੋ ਗਏ ਨੇ ਇਸ ਸਾਰੇ ਕਸ ਦੇ ਵਿੱਚ। ਉਹਨਾਂ ਨੇ ਵੀ ਬਿਆਨ ਦਰਜ ਕਰਾ ਦਿੱਤੇ ਨੇ, ਜਿਸ ਤੋਂ ਲੱਗਦਾ ਹੈ ਕਿ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਆਉਣ ਵਾਲੇ ਦਿਨਾਂ 'ਚ ਹੋਰ ਵੀ ਵੱਧ ਜਾਣਗੀਆਂ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ।